नट महला चौथा। राम हर अमृत सर नावारे, सतगुर ज्ञान मजन है नीको। मिल कल मल पापी उतारे, रहाऊ संगत का गुण बहुत अधिकाई। पढ़ सुआगन की उधारे, परस न परस पई कुब जाको। लै बैकुंठ सिधारे, अजामल प्रीत पुत्र प्रत कीनी। कर नारायण बोला रे, मेरे ठाकुर कै मन पाए पावनी। जम कंकर मार बिदारे, मानुख कथै कथ लोक सुनावै। जो बोले सो ना विचारे, सत संगत मिलै तां दृढ़ता आवै। हर राम नाम निस्तारे, जब लग जियो पिंड है साबत। तब लग किशना समारे, जब घर मंदर आग लगानी। कड कूप कड़े पनिहारे, जब लग जियो पिंड है साबत। तब लग किशना समारे, जब घर मंदर आग लगानी। कड कूप कड़े पनिहारे, जुगो जुग अटल। चवर छत्र तख्त दी मालक साहिब श्री गुरु ग्रंथ साहिब महाराज जी दी पावन पवित्र गोद अंदर जुड़ बैठे गुरमुख प्यारे गुरु सवारे सत संगी जनो वडभागे हो। साहिबां दी पावन गोद विच जुड़ बैठ करके अमृतमय पावन बाणी आसा की वार दा कीर्तन श्रवण कर रहे सी ते अपने जीवन दीयां अमोलक घड़ियां नूं सफल करन दा यतन कर रहे सी। श्री गुरु ग्रंथ साहिब जी दी पावन बाणी दी लड़ीवार कथा विचार विचों आप जी ने नट नारायण राग दे विच उचारण कीता होया गुरु रामदास पातशाह जी दा पावन शब्द पाठ रूप दे विच जिस दे 4 बंदां दे पाठ नूं आप जी ने श्रवण कीता है। आओ तिस दी विचार दे नाल आपां जुड़ना करिए। विचारां दी आरंभता तो पहलां नवाइए गुरु चरणां दे विच हाजरी। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु रामदास महाराज जी इस शब्द दे अंदर दस रहे ने कि जिस जिस प्राणी ने अकाल पुरख वाहिगुरु जी दे नाम दे विच अपने मन नूं इशनान करवाया है, गुरु दे ज्ञान गुरु दे शब्द विच अपने मन नूं जदों इशनान करवाया ते ओदे सारे पाप कट्टे गए, ओदे अंदर दी मलीनता कट्टी गई, ओदे अंदर सुख ते आत्मिक आनंद ये उसनूं प्राप्त हो गए। गुरु रामदास पातशाह जी बख्शिश करते हुए कह रहे ने राम हर अमृत सर नावारे। हे राम ए हरि प्रभु जेड़ा मनुख तेरी किरपा दे नाल
ਮਿਹਰ ਦੇ ਨਾਲ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਵਿੱਚ ਇਸ਼ਨਾਨ ਕਰਦਾ ਹੈ, ਜਾਂ ਜਿਸ ਨੂੰ ਤੁਸੀਂ ਕਿਰਪਾ ਕਰਕੇ ਨਾਮ ਜਲ ਦੇ ਵਿੱਚ ਇਸ਼ਨਾਨ ਕਰਾਉਂਦੇ ਹੋ, ਸਤਿਗੁਰ ਗਿਆਨ ਮਜਨ ਹੈ ਨੀਕੋ ਮਿਲ ਕਲਮਲ ਪਾਪ ਉਤਾਰੇ। ਕਹਿੰਦੇ ਨੇ ਉਹ ਮਨੁੱਖ ਗੁਰੂ ਨੂੰ ਮਿਲ ਕੇ ਆਪਣੇ ਸਾਰੇ ਪਾਪ ਅੰਦਰੋਂ ਧੋ ਲੈਂਦਾ ਹੈ, ਦੂਰ ਕਰ ਲੈਂਦਾ ਹੈ, ਤੇ ਗੁਰੂ ਦੀ ਰਾਹੀਂ ਆਤਮਿਕ ਜੀਵਨ ਦੀ ਸੂਝ ਹੀ ਸੱਚਾ ਇਸ਼ਨਾਨ ਹੈ ਗੁਰਮਤਿ ਦਾ। ਵੀ ਮਾਲਕ ਜੀ ਜਿਸ ਉੱਤੇ ਤੁਸੀਂ ਕਿਰਪਾ ਕਰਦੇ ਹੋ ਉਹ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਵਿੱਚ ਇਸ਼ਨਾਨ ਕਰਦਾ ਹੈ, ਤੇ ਸਤਿਗੁਰ ਜੀ ਦੇ ਨਾਲ ਮਿਲ ਕਰਕੇ ਇਸ਼ਨਾਨ ਕਰਕੇ ਆਪਣੇ ਅੰਦਰੋਂ ਪਾਪਾਂ ਦੀ ਮੈਲ ਨੂੰ ਲਾਹ ਲੈਂਦਾ ਹੈ, ਤੇ ਆਤਮਿਕ ਜੀਵਨ ਦੀ ਸੂਝ ਹੀ ਜੋ ਗੁਰੂ ਵੱਲੋਂ ਪ੍ਰਾਪਤ ਹੁੰਦੀ ਹੈ। ਗੁਰੂ ਸਰੋਵਰ ਵਿੱਚ ਇਹੀ ਸੋਹਣਾ ਇਸ਼ਨਾਨ ਹੈ। ਸੋ ਇੱਥੇ ਇਸ਼ਨਾਨ ਕਿਹੜਾ ਕਰਨਾ ਹੈ ਕਿ ਜਿਹਦੇ ਨਾਲ ਮਨ ਸ਼ੁੱਧ ਹੋ ਜਾਏ, ਮਨ ਪਵਿੱਤਰ ਹੋ ਜਾਏ, ਮਨ ਦੇ ਅੰਦਰੋਂ ਵਿਕਾਰਾਂ ਦੀ ਪਾਪਾਂ ਦੀ ਮੈਲ ਲਹਿ ਜਾਏ। ਉਸ ਇਸ਼ਨਾਨ ਦੀ ਗੱਲ ਗੁਰਮਤਿ ਨੇ ਕੀਤੀ ਹੈ। ਧਰਮ ਦੀ ਦੁਨੀਆ ਦੇ ਵਿੱਚ ਜਦੋਂ ਮਨੁੱਖ ਪ੍ਰਵੇਸ਼ ਕਰਦਾ ਹੈ ਨਾ, ਤੇ ਮਨੁੱਖ ਨੂੰ ਇੱਕੋ ਉਪਦੇਸ਼ ਵਾਰ-ਵਾਰ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਭਾਈ ਇਹ ਜੋ ਮਨੁੱਖਾ ਜਨਮ ਮਿਲਿਆ ਹੈ ਨਿਜ ਘਰ ਦੇ ਵਿੱਚ ਵਾਸਾ ਪ੍ਰਾਪਤ ਕਰਨ ਦੇ ਲਈ ਮਿਲਿਆ, ਭਾਵ ਪ੍ਰਭੂ ਦੀ ਪ੍ਰਾਪਤੀ ਦੇ ਲਈ ਮਿਲਿਆ, ਤਾਂ ਕਿ ਬਹੁਰ ਨਾ ਹੋਏਗੋ ਫੇਰਾ ਦੀ ਦਾਤ ਮਨੁੱਖ ਪ੍ਰਾਪਤ ਕਰ ਸਕੇ। ਤੇ ਪ੍ਰਭੂ ਦੇ ਮਿਲਾਪ ਦੇ ਲਈ ਮਨੁੱਖ ਨੇ ਅਨੇਕਾਂ ਉਪਰਾਲੇ ਕੀਤੇ ਨੇ, ਅਨੇਕਾਂ ਯਤਨ ਕੀਤੇ ਨੇ। ਉਹਨਾਂ ਉਪਰਾਲਿਆਂ ਦੇ ਵਿੱਚੋਂ ਇੱਕ ਉਪਰਾਲਾ ਇਸ਼ਨਾਨ ਦਾ ਵੀ ਮੰਨਿਆ ਗਿਆ ਹੈ, ਤੇ ਇਸ ਭਾਵਨਾ ਦੇ ਨਾਲ ਤੀਰਥ ਹੋਂਦ ਵਿੱਚ ਆਏ। ਤੇ ਹਿੰਦੂ ਮਤ ਦੇ ਵਿੱਚ 68 ਤੀਰਥਾਂ ਦੀ ਬੜੀ ਮਹਾਨਤਾ ਹੈ। ਮਨੁੱਖ 84 ਲੱਖ ਜੂਨਾਂ ਦਾ ਸਰਦਾਰ ਹੋਣ ਕਰਕੇ ਇਹਦੇ ਵਾਸਤੇ ਸਾਫ਼ ਸੁਥਰਾ ਰਹਿਣਾ ਇਹਦੀ ਜ਼ਿੰਮੇਵਾਰੀ ਹੈ। ਤੇ ਇਸ਼ਨਾਨ ਦੇ ਨਾਲ, ਜਲ ਦੇ ਪਾਣੀ ਦੇ ਇਸ਼ਨਾਨ ਦੇ ਨਾਲ ਮਨੁੱਖ ਦੀ ਦੇਹੀ ਤਾਂ ਸਾਫ਼ ਸੁਥਰੀ ਹੋ ਜਾਂਦੀ ਹੈ, ਮਨੁੱਖ ਤਨ ਕਰਕੇ ਤੇ ਸਾਫ਼ ਸੁਥਰਾ ਹੋ ਜਾਂਦਾ ਹੈ। ਪਰ ਜੇ ਕੋਈ ਇਹ ਮੰਨ ਲਵੇ ਕਿ ਕਿਸੇ ਜਲ ਦੇ ਇਸ਼ਨਾਨ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਏਗੀ, ਇਹ ਇੱਕ ਭੋਲੀ ਨਹੀਂ, ਧਰਮ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਭਰਮ ਹੈ। ਕਿਉਂਕਿ ਜਲ ਦੇ ਇਸ਼ਨਾਨ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਰੱਬ ਜੀ ਦੇ ਘਰ ਦੇ ਵਿੱਚ ਮਨ ਦੀ ਪਵਿੱਤਰਤਾ ਦੀ ਕਦਰ ਪੈਂਦੀ ਹੈ, ਨਾ ਕਿ ਤਨ ਦੀ ਪਵਿੱਤਰਤਾ ਦੀ ਕਦਰ ਪੈਂਦੀ ਹੈ। ਉੱਥੇ ਤੇ ਮਨ ਵੇਖਿਆ ਜਾਂਦਾ ਹੈ ਕਿ ਮਨ ਕਿੰਨਾ ਸ਼ੁੱਧ ਹੈ, ਮਨ ਕਿੰਨਾ ਪਵਿੱਤਰ ਹੈ। ਗੁਰੂ ਪਾਤਸ਼ਾਹ ਜੀ ਨੇ ਤੇ ਸਾਫ਼ ਲਫ਼ਜ਼ਾਂ ਦੇ ਵਿੱਚ ਸਾਨੂੰ ਕਹਿ ਦਿੱਤਾ ਵੀ ਕੇਵਲ ਤਨ ਦੇ ਧੋਣ ਦੇ ਨਾਲ ਮਨੁੱਖ ਸੁੱਚਾ ਨਹੀਂ ਹੁੰਦਾ, ਮਨੁੱਖ ਦੇ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਲੈਂਦੀ, ਤੇ ਮਨੁੱਖ ਨੂੰ ਨਾ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੈ। ਸੁੱਚਾ ਤੇ ਉਹ ਹੈ, ਪਵਿੱਤਰ ਤੇ ਉਹ ਹੈ ਜਿਹਦੇ ਹਿਰਦੇ ਵਿੱਚ ਸੱਚੇ ਦਾ ਵਾਸਾ ਹੋ ਜਾਂਦਾ ਹੈ, ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ। ਆਪਾਂ ਸਾਰੇ ਪੜ੍ਹਦੇ ਹਾਂ, ਸੂਚੇ ਹੋਏ ਨਾ ਆਖੀਐ ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਵੀ ਸੁੱਚੇ ਕੌਣ ਨੇ? ਜਿਨ੍ਹਾਂ ਦੇ ਮਨ ਵਿੱਚ ਸੱਚੇ ਦਾ ਵਾਸਾ ਹੋ ਗਿਆ, ਗੁਰੂ ਦੇ ਸ਼ਬਦ ਦਾ ਵਾਸਾ ਹੋ ਗਿਆ, ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਗਿਆ, ਉਹ ਸੁੱਚੇ ਨੇ। ਧਾਰਮਿਕ ਖੇਤਰ ਦੇ ਵਿੱਚ ਜੁੜਿਆ ਇਨਸਾਨ ਤੀਰਥਾਂ ਤੇ ਇਸ਼ਨਾਨ ਤੇ ਭਰੋਸਾ ਰੱਖਣ ਵਾਲਾ ਇਸ਼ਨਾਨ, ਧਰਮ ਦੇ ਕਰਮ ਕਰਕੇ ਇਸ਼ਨਾਨ ਕਰਕੇ ਧਰਮੀਆਂ ਵਾਲਾ ਸਾਫ ਸੁਥਰਾ ਚੋਲਾ ਪਹਿਨ ਕੇ ਆਪਣੇ ਆਪ ਨੂੰ ਸੰਜਮੀ ਅਕਵਾਉਂਦਾ ਹੈ, ਪਰ ਆਪਣੇ ਅੰਦਰ ਦੀ ਜਿਹੜੀ ਮੈਲ ਹੈ ਉਸ ਤੋਂ ਅਣਜਾਣ ਹੈ। ਬਾਹਰੋਂ ਆਪਣੇ ਆਪ ਨੂੰ ਉਹ ਧੋਈ ਜਾਂਦਾ ਏ, ਤੀਰਥਾਂ ਤੇ ਇਸ਼ਨਾਨ ਵੱਖ-ਵੱਖ ਪੁਰਬਾਂ ਤੇ ਕਰੀ ਜਾਂਦਾ ਹੈ,
ਤੇ ਧਰਮੀ ਹੋਣ ਦਾ ਦਾਅਵਾ ਕਰਦਾ ਹੈ, ਪਰ ਅੰਦਰ ਉਹਦਾ ਅੰਤਸ਼ਕਰਨ ਉਹ ਉਸੇ ਤਰ੍ਹਾਂ ਵਿਕਾਰਾਂ ਦੀ ਮੈਲ ਦੇ ਨਾਲ ਭਰਿਆ ਰਹਿੰਦਾ ਹੈ, ਤੇ ਉਹਦਾ ਬਾਹਰ ਦਾ ਇਸ਼ਨਾਨ ਉਹਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨਗੀ ਨਹੀਂ ਦਿਵਾਉਂਦਾ। ਬੜਾ ਪਿਆਰਾ ਬਚਨ ਹੈ ਸਤਿਗੁਰੂ ਜੀ ਦਾ, ਕਹਿੰਦੇ ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ ਅੰਤਰ ਕੀ ਮਲ, ਲੱਗੀ ਨਹੀਂ ਜਾਣੇ ਬਾਹਰੋਂ ਮਲਮਲ ਧੋਵੇ। ਬਾਹਰੋਂ ਤੇ ਮਲਮਲ ਕੇ ਧੋਈ ਜਾਂਦਾ ਹੈ, ਬਾਹਰੋਂ ਸੰਜਮੀ ਵੀ ਅਖਵਾਉਂਦਾ ਹੈ, ਇਸ਼ਨਾਨ ਕਰਦਾ ਹੈ, ਸੋਹਣੇ ਧਰਮੀਆਂ ਵਾਲੇ ਕੱਪੜੇ ਪਹਿਨਦਾ ਹੈ, ਪਰ ਅੰਦਰ ਮਲੀਨਤਾ ਦੇ ਨਾਲ ਭਰਿਆ ਹੋਇਆ ਹੈ, ਅੰਦਰ ਦੀ ਮੈਲ ਦੀ ਉਹਨੂੰ ਕੋਈ ਖਬਰ ਹੀ ਨਹੀਂ ਹੈ। ਤੇ ਗੁਰਮੁਖੋ, ਬਾਹਰ ਦੇ ਇਸ਼ਨਾਨ ਦੇ ਨਾਲ ਅੰਤਸ਼ਕਰਨ ਪਵਿੱਤਰ ਨਹੀਂ ਹੁੰਦਾ, ਮਨ ਮੈਲੇ ਦਾ ਮੈਲਾ ਹੀ ਰਹਿੰਦਾ। ਤੇ ਜਦੋਂ ਮਨ ਮੈਲਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਭ ਕੁਝ ਮੈਲਾ ਹੋਵੇਗਾ। ਮਨ ਮੈਲੇ ਸਭ ਕੁਝ ਮੈਲਾ, ਫਿਰ ਇਹ ਅੱਖਾਂ ਵੀ ਮੈਲੀਆਂ ਹੋਣਗੀਆਂ, ਗਲਤ ਦੇਖਣਗੀਆਂ, ਰੂਪ ਤੱਕਣਗੀਆਂ, ਮਲੀਨਤਾ ਵਾਲੇ ਵਿਚਾਰ ਅੰਦਰੋਂ ਪ੍ਰਗਟ ਹੋਣਗੇ। ਫਿਰ ਕੰਨ ਵੀ ਮੈਲੇ ਹੋਣਗੇ, ਕੰਨ ਨਿੰਦਿਆ ਚੁਗਲੀ ਸੁਣਨਗੇ, ਗੰਦੇ ਗਾਣੇ ਸੁਣਨਗੇ। ਫਿਰ ਇਹ ਰਸਨਾ ਵੀ ਮੈਲੀ ਹੋਵੇਗੀ, ਮੈਲੀ ਰਸਨਾ ਝੂਠ ਬੋਲੇਗੀ, ਕੌੜਾ ਬੋਲੇਗੀ, ਫਿੱਕਾ ਬੋਲੇਗੀ। ਫਿਰ ਹੱਥ ਵੀ ਮੈਲੇ ਹੋਣਗੇ, ਇਹਨਾਂ ਹੱਥਾਂ ਨਾਲ ਕਰਮ ਮਾੜੇ ਹੋਣਗੇ। ਫਿਰ ਪੈਰ ਵੀ ਮੈਲੇ ਹੋਣਗੇ, ਇਹਨਾਂ ਪੈਰਾਂ ਨਾਲ ਚੱਲ ਕੇ ਮਨੁੱਖ ਧਰਮ ਨਹੀਂ ਕਮਾਏਗਾ, ਧਰਮ ਸਥਾਨ ਤੇ ਨਹੀਂ ਜਾਏਗਾ, ਇਹਨਾਂ ਪੈਰਾਂ ਨਾਲ ਚੱਲ ਕੇ ਮਨੁੱਖ ਗਲਤ ਰਸਤੇ ਤੇ ਤੁਰੇਗਾ। ਸੋ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਕੇਵਲ ਤਨ ਨੂੰ ਧੋਣ ਦੇ ਨਾਲ ਮਨ ਪਵਿੱਤਰ ਨਹੀਂ ਹੋਣਾ, ਮਨ ਸ਼ੁੱਧ ਨਹੀਂ ਹੋਣਾ। ਗੁਰੂ ਪਾਤਸ਼ਾਹ ਜੀ ਦਾ ਬੜਾ ਪਿਆਰਾ ਬਚਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਮਨ ਦੇ ਵਿੱਚ ਖੋਟ ਹੈ ਤੇ ਬੰਦਾ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ ਹੈ, ਪਰ ਅੰਦਰ ਕਮਾਦਿਕ ਚੋਰ ਉਸੇ ਤਰ੍ਹਾਂ ਟਿਕੇ ਰਹਿੰਦੇ ਨੇ। ਕਹਿੰਦੇ ਨੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਪਾ ਚੜੀਐਸ ਹੋਰ। ਕਹਿੰਦੇ ਨੇ ਇਸ਼ਨਾਨ ਦੇ ਨਾਲ ਤਨ ਦੀ ਮੈਲ ਤੇ ਲੈ ਗਈ, ਤਨ ਤੇ ਸਾਫ਼ ਹੋ ਗਿਆ, ਪਰ ਹੰਕਾਰ ਦੀ ਮੈਲ ਚੜ ਗਈ ਵੀ ਮੈਂ ਇੰਨੇ ਤੀਰਥਾਂ ਤੇ ਇਸ਼ਨਾਨ ਕੀਤਾ, ਮੈਂ ਇੰਨੇ ਤੀਰਥਾਂ ਤੇ ਦਾਨ ਕੀਤਾ, ਇੰਨੇ ਤੀਰਥਾਂ ਤੇ ਮੈਂ ਐਰਕੀ ਗਿਆ ਵਾਂ। ਇੱਕ ਭਾ ਲੱਥੀ ਨਾਤਿਆਂ ਦੋਏ ਭਾ ਚੜੀਐਸ ਹੋਰ। ਫਿਰ ਅੱਗੇ ਕਹਿੰਦੇ ਨੇ ਬਾਹਰੋਂ ਧੋਤੀ ਤੁੰਬੜੀ ਅੰਦਰ ਵਿਸ਼ ਨਕੋਰ। ਤੁੰਮੇ ਦਾ ਫਲ ਕਹਿੰਦੇ ਜਿਹੜੇ ਮਰਜ਼ੀ ਤੁਸੀਂ ਪਾਣੀ ਵਿੱਚ ਜਲ ਵਿੱਚ ਨਵਾਈ ਜਾਓ, ਬਾਹਰੋਂ ਤੇ ਪਾਣੀ ਨਾਲ ਭਿੱਜ ਜਾਏਗਾ, ਪਰ ਅੰਦਰ ਉਹਦੀ ਜਿਹੜੀ ਵਿਸ਼ ਹੈ, ਕੌੜਾਪਨ ਹੈ, ਉਹ ਦੂਰ ਨਹੀਂ ਹੋਵੇਗਾ। ਬਾਹਰੋਂ ਧੋਤੀ ਤੁੰਬੜੀ ਅੰਦਰ ਵਿਸ਼ ਨਕੋਰ। ਫਿਰ ਕਹਿੰਦੇ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਭਲੇ ਪੁਰਸ਼ ਕਹਿੰਦੇ ਨੇ ਉਹਨਾਂ ਨੂੰ ਤੀਰਥਾਂ ਤੇ ਨਾ ਨਹਾਣ ਤਾਂ ਵੀ ਭਲੇ ਰਹਿੰਦੇ ਨੇ, ਪਰ ਜੇ ਵਿਕਾਰਾਂ ਦੇ ਨਾਲ ਭਰਿਆ ਹੋਇਆ ਬੰਦਾ, ਅੰਦਰੋਂ ਮਲੀਨਤਾ ਦੇ ਨਾਲ ਭਰਿਆ ਹੋਇਆ ਬੰਦਾ, ਚੋਰ ਠੱਗ, ਜਿੰਨੇ ਮਰਜ਼ੀ ਤੀਰਥਾਂ ਤੇ ਨਾਲੇ ਉਹਨੇ ਚੋਰ ਦਾ ਚੋਰ ਹੀ ਰਹਿਣਾ, ਠੱਗ ਦਾ ਠੱਗ ਹੀ ਰਹਿਣਾ। ਗੁਰਮੁਖੋ, ਭਗਤ ਕਬੀਰ ਸਾਹਿਬ ਜੀ ਦੇ ਕੋਲ ਪੰਡਿਤ ਵੀਰ ਬ੍ਰਾਹਮਣ ਵੀਰ ਚਰਚਾ ਕਰਨ ਵਾਸਤੇ ਆ ਗਏ। ਭਗਤ ਕਬੀਰ ਸਾਹਿਬ ਜੀ ਨੂੰ ਕਹਿੰਦੇ ਨੇ ਤੁਹਾਡੇ ਲਾਗੇ ਗੰਗਾ ਵਗਦੀ ਹੈ, ਬਨਾਰਸ ਦੀ ਧਰਤੀ ਤੇ ਤੁਸੀਂ ਰਹਿੰਦੇ ਹੋ, ਤੁਸੀਂ ਜਦੋਂ ਕੁੰਭ ਦਾ ਮੇਲਾ ਲੱਗਦਾ ਹੈ ਜਾਂ ਕੋਈ ਪੁਰਬ, ਕੋਈ ਤੀਰਥ, ਕੋਈ ਇੱਥੇ ਲੱਗਦਾ ਹੈ ਤੇ ਤੁਸੀਂ ਇਸ਼ਨਾਨ ਕਰਨ ਨਹੀਂ ਜਾਂਦੇ। ਗੰਗਾ ਦਾ ਜਲ ਇੰਨਾ ਪਵਿੱਤਰ ਹੈ, ਸਾਰੀ ਮਾਇਆ ਦੀ ਮੈਲ, ਵਿਕਾਰਾਂ ਦੀ ਮੈਲ, ਪਾਪਾਂ ਦੀ ਮੈਲ ਨੂੰ ਧੋ ਕੇ ਰੱਖ ਦਿੰਦਾ ਹੈ। ਤੇ ਜਿਹੜਾ ਕੁੰਭ ਆਦਿਕ ਇਸ ਤੀਰਥ ਦੇ ਉੱਤੇ ਇਸ਼ਨਾਨ ਗੰਗਾ ਦੇ ਵਿੱਚ ਜਲ ਦੇ ਵਿੱਚ ਕਰ ਲੈਂਦਾ ਹੈ, ਉਹ ਅੰਦਰੋਂ ਬਾਹਰੋਂ ਪਵਿੱਤਰ ਹੋ ਜਾਂਦਾ ਹੈ, ਮੁਕਤੀ ਉਸ ਨੂੰ ਮਿਲ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਨੂੰ ਉਹ ਗੰਗਾ ਜਲ ਦੀ ਪਵਿੱਤਰਤਾਈ ਦਾ, ਗੰਗਾ ਜਲ ਦੀ ਮਹਿਮਾ ਨੂੰ ਬਿਆਨ ਕਰਕੇ ਦੱਸ ਰਹੇ ਨੇ। ਕਹਿਣ ਲੱਗੇ ਗੰਗਾ ਜਲ ਜੇ ਸੱਚਮੁੱਚ ਮਨੁੱਖ ਨੂੰ ਪਵਿੱਤਰ ਕਰਦਾ ਹੈ
ਪਾਪਾਂ ਦੀ ਮੈਲ ਧੋਂਦਾ ਹੈ ਤੇ ਚਲੋ ਮੇਰੇ ਕੋਲ ਗੰਗਾ ਜਲ ਤੁਸੀਂ ਛਕੋ। ਕਬੀਰ ਸਾਹਿਬ ਜੀ ਨੇ ਆਪਣੇ ਲੋਟੇ ਵਿੱਚੋਂ ਉਹਨਾਂ ਨੂੰ ਜਲ ਪਿਲਾਉਣ ਵਾਸਤੇ ਆਖਿਆ, ਪੀਣ ਵਾਸਤੇ ਆਖਿਆ, ਤੇ ਉਹ ਬ੍ਰਾਹਮਣ ਕਹਿੰਦੇ ਨਾ ਨਾ ਜੀ, ਤੁਸੀਂ ਸ਼ੂਦਰ ਹੋ, ਨੀਵੀਂ ਜਾਤ ਦੇ ਹੋ, ਤੁਹਾਡੇ ਹੱਥ ਦੇ ਨਾਲ ਇਹ ਲੱਗਿਆ ਹੋਇਆ ਲੋਟਾ ਅਪਵਿੱਤਰ ਹੈ, ਤੇ ਅਪਵਿੱਤਰ ਹੱਥਾਂ ਦੇ ਨਾਲ ਤੇ ਅਪਵਿੱਤਰ ਲੋਟੇ ਦੇ ਵਿੱਚੋਂ ਅਸੀਂ ਗੰਗਾ ਜਲ ਨਹੀਂ ਛਕ ਸਕਦੇ। ਕਬੀਰ ਸਾਹਿਬ ਜੀ ਮਜ਼ਾਕੀਆ ਲਹਿਜੇ ਦੇ ਵਿੱਚ ਉਹਨਾਂ ਨੂੰ ਕਟਾਕਸ਼ ਕਰਕੇ ਹੋਏ ਕਹਿੰਦੇ ਨੇ, ਉਹ ਭੱਦਰ ਪੁਰਸ਼ੋ, ਉਹ ਬ੍ਰਾਹਮਣੋ, ਆਪ ਹੀ ਤੁਸੀਂ ਕਹਿੰਦੇ ਹੋ ਕਿ ਗੰਗਾ ਜਲ ਸਾਰੇ ਪਾਪਾਂ ਦੀ ਮੈਲ ਨੂੰ ਧੋ ਦਿੰਦਾ ਹੈ, ਪਵਿੱਤਰ ਹੋ ਜਾਂਦਾ ਹੈ, ਤੇ ਇਸ ਲੋਟੇ ਦੇ ਵਿੱਚ ਜਿਹਨੂੰ ਤੁਸੀਂ ਅਸ਼ੁੱਧ ਕਹਿ ਰਹੇ ਹੋ, ਅਪਵਿੱਤਰ ਕਹਿ ਰਹੇ ਹੋ, ਮੇਰੇ ਹੱਥ ਲੱਗ ਕੇ ਅਪਵਿੱਤਰ ਹੋ ਗਿਆ। ਜੇ ਇਹ ਲੋਟਾ, ਇਸ ਗੰਗਾ ਜਲ ਜਿਹੜਾ ਇਹ ਲੋਟੇ ਵਿੱਚ ਪਿਆ ਹੈ, ਤੇ ਜੇ ਲੋਟਾ ਪਵਿੱਤਰ ਨਹੀਂ ਹੋ ਸਕਿਆ ਤੇ ਬੰਦਾ ਕਿਵੇਂ ਪਵਿੱਤਰ ਹੋਏਗਾ? ਤੇ ਤੁਹਾਡੇ ਵਰਗੇ ਹੰਕਾਰੀ ਪੁਰਸ਼, ਵਿਕਾਰਾਂ ਦੀ ਮਲੀਨਤਾ ਦੇ ਵਿੱਚ ਖਚਤ ਹੋਏ ਬੰਦੇ ਜਿੰਨਾ ਮਰਜ਼ੀ ਇਸ਼ਨਾਨ ਕਰੀ ਜਾਣ, ਉਹ ਕਿਸੇ ਵੀ ਜਲ ਦੇ ਵਿੱਚ ਇਸ਼ਨਾਨ ਕਰਕੇ ਸ਼ੁੱਧ ਨਹੀਂ ਹੋ ਸਕਣਗੇ, ਪਵਿੱਤਰ ਨਹੀਂ ਹੋ ਸਕਣਗੇ। ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਬਹੁਤ ਵੱਡਾ ਰਹੱਸ ਖੋਲਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ 20-21 ਵਾਰ ਗੰਗਾ ਦਾ ਇਸ਼ਨਾਨ ਤੇ ਯਾਤਰਾ ਕੀਤੀ ਲਗਾਤਾਰ। ਇਹਨਾਂ ਤੀਰਥ ਇਸ਼ਨਾਨ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਮਾਨਸਿਕ ਹਾਲਤ ਨੂੰ, ਮਾਨਸਿਕ ਅਵਸਥਾ ਨੂੰ ਇੱਕ ਸਾਧੂ ਦਾ ਬੋਲ ਚੀਰ ਕੇ ਰੱਖ ਗਿਆ, ਡਗਮਗਾ ਗਿਆ, ਡੁਲਾ ਕੇ ਰੱਖ ਗਿਆ। ਵੀ ਜਦੋਂ ਸਾਧੂ ਨੇ ਪੁੱਛਿਆ ਵੀ ਪੁਰਸ਼ਾ ਤੇਰਾ ਗੁਰੂ ਕੌਣ ਹੈ, ਕਿਸ ਨੂੰ ਗੁਰੂ ਧਾਰਨ ਕੀਤਾ ਹੈ, ਸਹਿਜ ਸੁਭਾਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹਿ ਦਿੱਤਾ, ਮੈਂ ਤੇ ਅਜੇ ਤੱਕ ਨਿਗੁਰਾ ਵਾਂ, ਮੈਂ ਤੇ ਅਜੇ ਤੱਕ ਕੋਈ ਗੁਰੂ ਧਾਰਨ ਹੀ ਨਹੀਂ ਕੀਤਾ। ਜਦੋਂ ਐਸੀ ਬਾਤ ਉਸ ਸਾਧੂ ਨੇ ਸੁਣੀ, ਕਹਿਣ ਲੱਗੇ ਤੇਰਾ ਸਾਰਾ ਜਨਮ ਵਿਅਰਥ ਚਲਿਆ ਗਿਆ, ਤੂੰ ਅਜੇ ਤੱਕ ਨਿਗੁਰਾ ਹੈ, ਤੂੰ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ। ਕਹਿਣ ਲੱਗੇ ਤੇਰੀ ਸੰਗਤ ਕਰਕੇ ਮੇਰਾ ਵੀ ਜਨਮ ਭ੍ਰਸ਼ਟ ਹੋ ਗਿਆ। ਸੱਚ ਜਾਣਿਓ, ਜਿਸ ਬੰਦੇ ਨੇ ਖੰਡੇ ਬਾਟੇ ਦੀ ਪੌੜ ਨਹੀਂ ਛਕੀ, ਜਿਸ ਬੰਦੇ ਨੇ ਪੰਜਾਂ ਪਿਆਰਿਆਂ ਤੋਂ ਇਹ ਦਾਤ ਨਹੀਂ ਲਈ, ਨਿਤਨੇਮੀ ਨਹੀਂ, ਸਤ ਸੰਗੀ ਨਹੀਂ, ਗੁਰਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਨਿਗੁਰਾ ਹੈ। ਤੇ ਨਿਗੁਰੇ ਦਾ ਤੇ ਨਾਮ ਹੀ ਬੁਰਾ ਹੈ, ਨਿਗਰੇ ਕਾਹੇ ਨਾਮ ਬੁਰਾ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾਹੇ ਨਾਮ ਬੁਰਾ। ਇਸ ਕਰਕੇ ਭਾਈ, ਜੇ ਜੀਵਨ ਨੂੰ ਸਫਲ ਕਰਨਾ ਹੈ, ਜੀਵਨ ਨੂੰ ਬਰਬਾਦ ਹੋਣ ਤੋਂ ਬਚਾਉਣਾ ਹੈ, ਤੇ ਆਪਾਂ ਗੁਰੂ ਵਾਲੇ ਬਣ ਜਾਈਏ, ਪੰਜਾਂ ਪਿਆਰਿਆਂ ਦੇ ਕੋਲ ਅੰਮ੍ਰਿਤ ਦੀ ਦਾਤ ਲੈ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਬਣ ਜਾਈਏ। ਤੇ ਇੱਥੇ ਉਸ ਸਾਧ ਨੇ ਕਹਿ ਦਿੱਤਾ ਵੀ ਤੁਹਾਡਾ ਜਨਮ ਵਿਅਰਥ ਚਲਿਆ ਗਿਆ, ਤੇ ਤੁਹਾਡੀ ਸੰਗਤ ਕਰਨ ਦੇ ਨਾਲ ਨਾਲ ਮੇਰਾ ਵੀ ਜਨਮ ਭ੍ਰਸ਼ਟ ਹੋ ਗਿਆ। ਅੱਜ ਗੁਰੂ ਅਮਰਦਾਸ ਮਹਾਰਾਜ ਜੀ ਉਸ ਸਾਧੂ ਦੇ ਬੋਲ ਸੁਣ ਕੇ ਤੜਫ ਉੱਠੇ ਵੀ ਮਨਾ, ਮੈਂ ਤੇ ਸੋਚਿਆ ਸੀ ਮੈਂ 21 ਵਾਰ ਤੀਰਥਾਂ ਦਾ ਇਸ਼ਨਾਨ ਤੇ ਗੰਗਾ ਦੀ ਯਾਤਰਾ ਕਰ ਚੁੱਕਿਆ ਵਾਂ, ਮੈਂ ਤੇ ਸਫਲ ਹੋ ਗਿਆ ਹੋਵਾਂਗਾ, ਪਰ ਮੇਰਾ ਜਨਮ ਤੇ ਵਿਅਰਥ ਚਲਿਆ ਗਿਆ ਹੈ। ਮੇਰੀ ਤੇ ਕੋਈ ਸਾਧੂ ਧਾਰਮਿਕ ਖੇਤਰ ਦੇ ਵਿੱਚ ਵਿਚਰਨ ਵਾਲਾ ਸੰਗਤ ਕਰਨ ਵਾਸਤੇ ਵੀ ਤਿਆਰ ਨਹੀਂ ਹੈ। ਸਾਰੀ ਰਾਤ ਗੁਰੂ ਅਮਰਦਾਸ ਮਹਾਰਾਜ ਜੀ ਇਹਨਾਂ ਸੋਚਾਂ ਦੇ ਵਿੱਚ ਡੁੱਬੇ ਰਹੇ। ਉਤੋਂ ਬਿਰਧ ਅਵਸਥਾ ਹੈ, ਜੇ ਇਸ ਅਵਸਥਾ ਵਿੱਚ ਗੁਰੂ ਨਾ ਮਿਲਿਆ ਤੇ ਜੀਵਨ ਸਫਲ ਕਿਵੇਂ ਹੋਏਗਾ? ਪਿਛਲੇ ਸਾਰੇ ਕੀਤੇ ਹੋਏ ਧਰਮ ਦੇ ਕਰਮ, ਤੀਰਥ ਇਸ਼ਨਾਨ, ਉਹਨਾਂ ਕਰਮਾਂ ਦਾ ਬੀਜ ਇਉਂ ਜਾਪਿਆ ਜਿਵੇਂ ਬੰਜਰ ਧਰਤੀ ਦੇ ਵਿੱਚ ਕੋਈ ਬੀਜ ਬੀਜਿਆ ਜਾਏ ਤੇ ਨਾ ਉਗਦਾ, ਨਾ ਫਲ ਦੀ ਪ੍ਰਾਪਤੀ ਹੁੰਦੀ ਹੈ। ਐਵੇਂ ਬਾਬਾ ਅਮਰਦਾਸ ਜੀ ਨੂੰ ਆਪਣਾ ਜੀਵਨ ਤੇ ਉਹ ਧਰਮ ਦੇ ਕਰਮ ਨਿਸਫਲ ਜਾਪੇ। ਪਰ ਜਦੋਂ ਸਵੇਰ ਹੋਈ, ਬੀਬੀ ਅਮਰੋ ਜੀ ਭਤੀਜਿਓ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੁਪੁੱਤਰੀ, ਉਹਨਾਂ ਦੇ ਮੁਖ ਚੋਂ ਪਾਵਨ ਬਾਣੀ, ਪਾਵਨ ਸ਼ਬਦ ਜਦੋਂ ਕੰਨਾਂ ਦੇ ਵਿੱਚ ਪਏ, ਇੱਕ ਬੰਨੇ ਸਾਧੂ ਦੇ ਬੋਲ ਸਾਰੀ ਰਾਤ ਰੜਕਦੇ ਰਹੇ, ਤੇਰਾ ਜੀਵਨ ਬਿਰਥਾ ਚਲਿਆ ਗਿਆ। ਉਹਨਾਂ ਮਹਾਨ ਗੁਰੂ ਕੀ ਬਾਣੀ, ਉਸ ਸ਼ਬਦ, ਉਹਨਾਂ ਬੋਲਾਂ ਨੇ ਉਸ ਮਨ ਨੂੰ
ਇੱਕ ਵਿਸ਼ਵਾਸ ਦਿਲਾਇਆ, ਕੋਈ ਗੱਲ ਨਹੀਂ ਜੇ ਹੁਣ ਤੱਕ ਜਨਮ ਬਿਰਥਾ ਚਲਿਆ ਗਿਆ ਨਾ, ਜਿਸ ਗੁਰੂ ਦੀ ਬਾਣੀ, ਜਿਸ ਗੁਰੂ ਦਾ ਸ਼ਬਦ ਤੂੰ ਸੁਣਦਾ ਪਿਆ ਨਾ, ਇਸੇ ਗੁਰੂ ਨਾਲ ਜੁੜ ਕੇ ਤੇਰਾ ਜਨਮ ਸਫਲ ਵੀ ਹੋ ਸਕਦਾ ਹੈ। ਤੇ ਸੱਚ ਜਾਣਿਓ, ਗੁਰੂ ਘਰ ਦੇ ਵਿੱਚ ਆਏ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰ ਤੇ ਆ ਕੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ, ਘਾਲਣਾ ਘਾਲੀ। ਜਿੱਦਾਂ ਖੁਦ ਦਾ ਜਨਮ ਵਿਅਰਥਾ ਜਾ ਰਿਹਾ ਸੀ, ਉਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਰੂਪ ਬਣ ਕੇ ਦੂਜਿਆਂ ਦੇ ਵਿਅਰਥ ਜਾਣ ਵਾਲੇ ਜੀਵਨ ਨੂੰ, ਜਨਮ ਨੂੰ ਅੱਜ ਸਾਰਥਕ ਕਰਨ ਵਾਲੇ ਬਣ ਗਏ। ਉਹਨਾਂ ਦਾ ਇੱਕ ਇੱਕ ਬਚਨ, ਉਹਨਾਂ ਦੀ ਇੱਕ ਇੱਕ ਬਾਣੀ ਦੀ ਤੁਕ ਵਿਅਰਥ ਜਾਣ ਵਾਲੇ ਜਨਮ ਨੂੰ ਸਫਲ ਕਰਦੀ ਹੈ। ਉਹਨਾਂ ਦਾ ਹੀ ਪਾਵਨ ਬਚਨ ਹੈ ਨਾ ਗੁਰੂ ਅਮਰਦਾਸ ਮਹਾਰਾਜ ਜੀ ਦਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹ 부ਝਾਈ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। हे ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤੇ ਆਪਣੇ ਜੀਵਨ ਦੇ ਵਿੱਚੋਂ ਅਹਿਸਾਸ ਅਨੁਭਵ ਕਰਕੇ ਵੇਖਿਆ ਹੈ, ਗੁਰੂ ਨਾਲ ਜੁੜਨ ਤੋਂ ਬਗੈਰ ਜਿੰਨੇ ਮਰਜ਼ੀ ਧਰਮ ਦੇ ਬੰਦਾ ਕਰਮ ਕਰਕੇ ਵੇਖ ਲੈ, ਆਤਮਾ ਨੂੰ ਸੁੱਖ ਨਹੀਂ ਮਿਲਦਾ ਤੇ ਲੰਬੇਰਾ ਦੁੱਖ ਮਨੁੱਖ ਨੂੰ ਭੋਗਣਾ ਪੈ ਜਾਂਦਾ ਹੈ। ਤੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਸਤਿਗੁਰ ਜੀ ਦੇ ਨਾਲ ਜੋੜ ਦਿਓ। ਸਤਿਗੁਰ ਜੀ ਦੀ ਰਾਹੀਂ ਜਦੋਂ ਅਟਲ ਆਤਮਿਕ ਜੀਵਨ ਦੇਣ ਵਾਲਾ ਨਾਮ ਮੇਰੀ ਝੋਲੀ ਵਿੱਚ ਪੈਗਾ ਨਾ, ਮੇਰਾ ਜੀਵਨ ਸਫਲ ਹੋਏਗਾ, ਤੇਰੇ ਵਿੱਚ ਅਭੇਦ ਹੋ ਸਕਾਂਗਾ। ਇਹ ਵਲਵਲੇ ਸਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਸਾਡੇ ਵਰਗਿਆਂ ਨੂੰ ਸਮਝਾਉਣ ਵਾਸਤੇ ਵੀ ਕਿਤੇ ਅਸੀਂ ਗੁਰੂ ਨਾਲੋਂ ਟੁੱਟ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਜੁਦਾ ਹੋ ਕੇ ਜ਼ਿੰਦਗੀ ਬਰਬਾਦ ਨਾ ਕਰ ਜਾਈਏ। ਸੋ ਮੇਰੇ ਕਹਿਣ ਤੋਂ ਮੁਰਾਦ ਵੀ ਇਹ ਜਿਹੜਾ ਤੀਰਥਾਂ ਦਾ ਇਸ਼ਨਾਨ ਹੈ, ਜਲ ਦਾ ਇਸ਼ਨਾਨ ਹੈ, ਮਨੁੱਖ ਦੇ ਤਨ ਦੀ ਮੈਲ ਤੇ ਲਾ ਸਕਦਾ ਹੈ, ਪਰ ਮਨ ਦੀ ਮੈਲ ਨਹੀਂ ਲਾ ਸਕਦਾ। ਮਨ ਅਗਰ ਕਿਸੇ ਦਾ ਸ਼ੁੱਧ ਹੋਇਆ ਹੈ, ਮਨ ਦੇ ਅੰਦਰੋਂ ਕਿਸੇ ਦੇ ਪਾਪਾਂ ਦੀ ਮੈਲ ਅਗਰ ਉਤਰੀ ਹੈ, ਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਉਤਰੀ ਹੈ, ਵਾਹਿਗੁਰੂ ਜੀ ਦਾ ਸਿਮਰਨ ਕਰਕੇ ਉਤਰੀ ਹੈ। ਤੇ ਗੁਰਮੁਖੋ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰਹਿਮਤ ਕੀਤੀ। ਗੁਰੂ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਦੋਵਾਂ ਤਰ੍ਹਾਂ ਦਾ ਇਸ਼ਨਾਨ ਕਰਵਾ ਕਰਕੇ ਉਹਦੇ ਜੀਵਨ ਨੂੰ ਸਫਲ ਕਰਨ ਦਾ ਸੰਦੇਸ਼ ਦਿੱਤਾ ਹੈ। ਜਿੱਥੇ ਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਜਾ ਕਰਕੇ ਪਹਿਲਾਂ ਤਨ ਦਾ ਇਸ਼ਨਾਨ ਨਿਰਮਲ ਸਰੋਵਰ ਦੇ ਵਿੱਚੋਂ ਕਰਦਾ ਹੈ, ਤੇ ਨਿਰਮਲ ਸਰੋਵਰ ਦੇ ਵਿੱਚੋਂ ਜਲ ਦਾ ਇਸ਼ਨਾਨ, ਤਨ ਦਾ ਇਸ਼ਨਾਨ ਕਰਕੇ ਜਦੋਂ ਦਰਬਾਰ ਸਾਹਿਬ ਗੁਰੂ ਦੀ ਗੋਦ ਵਿੱਚ ਰੱਬੀ ਬਾਣੀ ਦਾ ਕੀਰਤਨ ਸੁਣਦਾ ਹੈ, ਤੇ ਅੰਦਰ ਅੰਤਸ਼ਕਰਨ ਦਾ ਇਸ਼ਨਾਨ ਕਰਕੇ, ਬਾਹਰ ਦਾ ਇਸ਼ਨਾਨ, ਜਲ ਦਾ ਇਸ਼ਨਾਨ ਕਰਕੇ ਆਪਣੇ ਤਨ ਦੇ ਰੋਗ ਠੀਕ ਕਰਦਾ ਹੈ, ਤਨ ਦੇ ਦੁੱਖ ਠੀਕ ਕਰਦਾ ਹੈ, ਤੇ ਆਪਣੇ ਮਨ ਦਾ ਇਸ਼ਨਾਨ ਕਰਕੇ, ਭਾਵ ਬਾਣੀ ਦਾ ਕੀਰਤਨ ਸੁਣ ਕੇ ਆਪਣੇ ਮਨ ਦੇ ਰੋਗ, ਮਨ ਦੇ ਦੁੱਖ ਮਿਟਾ ਦਿੰਦਾ ਹੈ। ਤੇ ਗੁਰੂ ਜੀ ਨੇ ਕਿਹਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਵੀ ਤੂੰ ਅੰਮ੍ਰਿਤ ਵੇਲੇ ਉੱਠ ਕੇ ਜਲ ਦਾ ਇਸ਼ਨਾਨ ਕਰ, ਉਹਦੇ ਨਾਲ ਤਨ ਤੇਰਾ ਨਿਰੋਗ ਰਵੇਗਾ, ਤੰਦਰੁਸਤ ਰਵੇਗਾ। ਤੇ ਫਿਰ ਤੂੰ ਅੰਮ੍ਰਿਤ ਵੇਲੇ ਉੱਠ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰੀ, ਵਾਹਿਗੁਰੂ ਜੀ ਦਾ ਸਿਮਰਨ ਕਰੀ, ਤੇ ਕਹਿੰਦੇ ਨੇ ਫਿਰ ਤੇਰਾ ਮਨ ਵੀ ਅੰਦਰੋਂ ਨਿਰੋਗ ਹੋ ਜਾਵੇਗਾ, ਮਨ ਦੇ ਅੰਦਰੋਂ ਸਾਰੇ ਦੁੱਖੜੇ ਕੱਟੇ ਜਾਣਗੇ। ਅੰਮ੍ਰਿਤ ਵੇਲੇ ਉੱਠ ਕੇ ਰੱਬ ਦੇ ਅੱਗੇ ਝੁਕਣ ਵਾਲਿਆ, ਲੁਕਾਈ ਤੇਰੇ ਅੱਗੇ ਇੱਕ ਦਿਨ ਝੁਕ ਜਾਏਗੀ। ਅੱਜ ਤੇ ਕਈ ਅੰਮ੍ਰਿਤ ਵੇਲੇ ਦੇ ਉੱਤੇ ਕਿੰਤੂ ਪਰੰਤੂ ਕਰੀ ਜਾਂਦੇ ਆ, ਕਹੀ ਜਾਂਦੇ ਆ ਜੀ ਅੰਮ੍ਰਿਤ ਵੇਲੇ ਉੱਠਣ ਦੀ ਕੀ ਲੋੜ ਹੈ, ਵੀ ਜਦੋਂ ਮਰਜ਼ੀ ਭਗਤੀ ਕਰੀ ਜਾ ਸਕਦੀ ਹੈ। ਨਹੀਂ ਭਲਿਓ, ਕਈ ਸ਼ਬਦ ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਦ੍ਰਿੜ ਕਰਵਾਉਂਦੇ ਆ। ਇੱਕੋ ਇੱਕ ਸ਼ਬਦ ਤੁਹਾਨੂੰ ਸਾਰਿਆਂ ਨੂੰ ਚੇਤੇ ਹੈ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਤੇ ਗੁਰੂ ਜੀ ਅਖੀਰ ਵਿੱਚ ਪਤਾ ਕੀ ਕਹਿੰਦੇ ਐ? ਗੁਰੂ ਜੀ ਕਹਿੰਦੇ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਵੀ ਮੈਂ ਉਸ ਗੁਰਸਿੱਖ ਦੀ ਚਰਨਾਂ ਦੀ ਖਾਕ ਮੰਗਦਾ ਵਾਂ,
ਧੂੜ ਮੰਗਦਾ ਵਾਂ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕਰਕੇ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਨਿਤਨੇਮ ਵਿੱਚ ਬਾਣੀ ਵਿੱਚ ਜੁਟ ਜਾਂਦਾ ਹੈ। ਬਾਣੀ ਨੂੰ ਪੜ੍ਹ ਕੇ ਆਪਣੇ ਮਨ ਅੰਤਸ਼ਕਰਨ ਨੂੰ ਧੋ ਲੈਂਦਾ ਹੈ, ਫਿਰ ਆਪ ਵੀ ਬਾਣੀ ਦਾ ਉਪਦੇਸ਼ ਕਮਾਉਂਦਾ ਹੈ ਤੇ ਦੂਜਿਆਂ ਨੂੰ ਵੀ ਬਾਣੀ ਨਾਲ ਜੋੜਦਾ ਹੈ। ਐਸੇ ਗੁਰਸਿੱਖ ਦੀ ਚਰਨ ਧੂੜ ਖਾਕ ਕਿਤੇ ਮੈਨੂੰ ਮਿਲ ਜਾਏ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾਨੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ, ਸਾਧ ਸੰਗ ਚੱਲ ਜਾਏ ਕੇ ਗੁਰਬਾਣੀ ਤੇ ਪ੍ਰੀਤ ਸੁਣੰਦਾ। ਭਲਕੇ ਦਾ ਉੱਠ ਅੰਮ੍ਰਿਤ ਵੇਲੇ। ਬਾਬਾ ਫਰੀਦ ਜੀ ਕਹਿੰਦੇ ਉੱਠ ਫਰੀਦਾ ਉਜੂ ਸਾਜ, ਸੁਬੇ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾਨਵੇ ਸੋ ਸਿਰ ਕੱਪ ਉਤਾਰ। ਉਜੂ ਦਾ ਭਾਵ ਅੰਮ੍ਰਿਤ ਵੇਲਾ। ਸ਼ੇਖ ਸ਼ਾਇਦੀ ਨੂੰ ਕਿਸੇ ਨੇ ਸਵਾਲ ਕੀਤਾ ਸੀ ਵੀ ਸ਼ੇਖ ਸ਼ਾਇਦੀ ਜੀ ਤੁਹਾਡੇ ਅੱਗੇ ਲੋਕ ਕਿਉਂ ਝੁਕਦੇ ਨੇ, ਤੁਹਾਨੂੰ ਕਿਉਂ ਨਮਸਕਾਰਾਂ ਹੁੰਦੀਆਂ ਨੇ? ਉਥੋਂ ਦੇ ਰਾਜੇ ਨੇ ਸਵਾਲ ਕੀਤਾ ਸੀ ਵੀ ਮੈਂ ਰਾਜਾ ਇਸ ਦੇਸ਼ ਦਾ, ਜੇ ਮੇਰੇ ਅੱਗੇ ਕੋਈ ਝੁਕਦਾ ਹੈ, ਸਲਾਮ ਕਰਦਾ ਹੈ ਤੇ ਡਰਦਾ ਹੋਇਆ ਕਰਦਾ ਹੈ, ਅੰਦਰ ਉਹਦੇ ਸਤਿਕਾਰ ਨਹੀਂ, ਅੰਦਰ ਉਹਦੇ ਪ੍ਰੇਮ ਨਹੀਂ ਮੇਰੇ ਪ੍ਰਤੀ। ਪਰ ਮੈਂ ਵੇਖਦਾ ਮੈਂ ਵੀ ਤੁਹਾਨੂੰ ਪ੍ਰੇਮ ਦੇ ਨਾਲ ਲੋਕ ਸਜਦੇ ਕਰਦੇ ਨੇ, ਤੁਹਾਨੂੰ ਲੋਕ ਝੁਕ ਕੇ ਸਲਾਮਾਂ ਕਰਦੇ ਨੇ। ਸ਼ੇਖ ਸ਼ਾਇਦੀ ਕਹਿੰਦੇ ਤੂੰ ਜਦੋਂ ਸਵੇਰੇ ਉੱਠਦਾ ਹੈ ਨਾ, ਜੇ ਤੂੰ ਚਾਹੁੰਦਾ ਹੈ ਪ੍ਰੇਮ ਵਸ ਹੋ ਕੇ ਲੋਕ ਮੈਨੂੰ ਸਲਾਮ ਕਰਨ, ਮੈਨੂੰ ਦਿਲੋਂ ਪਿਆਰ ਤੇ ਸਤਿਕਾਰ ਕਰਨ, ਕਹਿਣ ਲੱਗੇ ਸਵੇਰੇ ਧੰਮੀ ਵੇਲੇ ਅੰਮ੍ਰਿਤ ਵੇਲੇ ਉਜੂ ਦੀ ਸੰਭਾਲ ਕਰਨਾ ਸ਼ੁਰੂ ਕਰ ਦੇ। ਉਸ ਅੱਲਾਹ ਤਾਲਾ ਖੁਦਾ ਦੇ ਅੱਗੇ ਝੁਕਣਾ ਸ਼ੁਰੂ ਕਰ ਦੇ। ਅੰਮ੍ਰਿਤ ਵੇਲੇ ਉੱਠ ਕੇ ਲੁਕਾਈ ਤੇਰੇ ਅੱਗੇ ਝੁਕਣਾ ਸ਼ੁਰੂ ਕਰ ਦੇਵੇਗੀ। ਕਹਿੰਦੇ ਮੈਂ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਉਸ ਖੁਦਾ ਅੱਲਾਹ ਤਾਲਾ ਦੇ ਚਰਨਾਂ ਵਿੱਚ ਸਜਦਾ ਕਰਦਾ ਵਾਂ, ਨਮਾਜ਼ਾਂ ਪੜ੍ਹਦਾ ਵਾਂ, ਕੁਰਾਨ ਪੜ੍ਹਦਾ ਵਾਂ, ਉਹਨੂੰ ਯਾਦ ਕਰਦਾ ਵਾਂ ਤੇ ਮੈਂ ਉਹਦੇ ਅੱਗੇ ਸਭ ਤੋਂ ਪਹਿਲਾਂ ਝੁਕਦਾ ਵਾਂ। ਇਸ ਕਰਕੇ ਲੁਕਾਈ ਮੇਰੇ ਅੱਗੇ ਝੁਕਦੀ ਹੈ, ਕਿਉਂਕਿ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸੋ ਗੁਰਮੁਖੋ ਜਿਹੜਾ ਬੰਦਾ ਪ੍ਰਭੂ ਦੇ ਨਾਮ ਨਾਲ, ਗੁਰੂ ਦੇ ਗਿਆਨ ਨਾਲ ਸਾਂਝ ਪਾ ਲੈਂਦਾ ਹੈ, ਆਪਣੇ ਤਨ ਦਾ ਇਸ਼ਨਾਨ ਕਰਦਾ ਹੈ ਤੇ ਤਨ ਨਿਰੋਗ ਹੁੰਦਾ ਹੈ, ਤੇ ਬਾਣੀ ਦਾ ਇਸ਼ਨਾਨ ਕਰਦਾ ਹੈ, ਮਨ ਕਰਕੇ ਨਿਰੋਗ ਹੋ ਜਾਂਦਾ ਹੈ, ਅੰਦਰੋਂ ਤੰਦਰੁਸਤ ਹੋ ਜਾਂਦਾ ਹੈ। ਤੇ ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਨੇ RAM ਹਰ ਅੰਮ੍ਰਿਤ ਸਰਨਾ ਵਾਰੇ, ਸਤਿਗੁਰ ਗਿਆਨ ਮਜਨ ਹੈ ਨੀਕੋ, ਮਿਲ ਕਲਮਲ ਪਾਪ ਉਤਾਰੇ ਹੈ। ਵਾਹਿਗੁਰੂ ਜੀ ਜਿਸ ਮਨੁੱਖ ਨੂੰ ਤੁਸੀਂ ਅਟਲ ਆਤਮਿਕ ਜੀਵਨ ਦੇਣ ਵਾਲੇ ਪਰਮੇਸ਼ਰ ਦੇ ਨਾਮ ਦੇ ਵਿੱਚ ਇਸ਼ਨਾਨ ਕਰਵਾ ਦਿੰਦੇ ਹੋ, ਉਹ ਇਨਸਾਨ ਸਤਿਗੁਰ ਜੀ ਦੇ ਨਾਲ ਜੁੜ ਕੇ ਇਸ਼ਨਾਨ ਕਰਕੇ ਸਾਰੇ ਆਪਣੇ ਪਾਪ ਇਸ ਮੈਲ ਨੂੰ ਧੋ ਲੈਂਦਾ ਹੈ। ਤੇ ਯਾਦ ਰੱਖਿਓ ਸਤਿਗੁਰ ਗਿਆਨ ਮਜਨ ਹੈ, ਗੁਰੂ ਦੇ ਗਿਆਨ ਪਰਮੇਸ਼ਰ ਦੇ ਗੁਣਾਂ ਦੀ ਸੂਝ ਹੀ ਸੱਚਾ ਇਸ਼ਨਾਨ ਹੈ ਗੁਰਮਤਿ ਦਾ। ਸੋ ਇੱਕੋ ਆਪਾਂ 2 ਪੰਕਤੀਆਂ ਦੀ ਵਿਚਾਰ ਕਰ ਸਕੇ ਹਾਂ। ਬਾਕੀ ਅਜੇ 6 ਬੰਦ ਇਸ ਪੂਰੇ ਸ਼ਬਦ ਦੇ ਪਏ ਹੋਏ ਨੇ, ਇੱਕ ਬੰਦ ਖੋਲਣ ਵਾਲਾ ਹੈ। ਗੁਰੂ ਜੀ ਕਿਰਪਾ ਕਰਨਗੇ, ਜਿਵੇਂ ਜਿਵੇਂ ਇਸ ਸ਼ਬਦ ਦੀ ਵਿਆਖਿਆ ਕਰਾਉਣਗੇ ਉਵੇਂ ਉਵੇਂ ਆਪ ਜੀ ਦੇ ਨਾਲ ਇਸ ਸ਼ਬਦ ਦੀ ਵਿਆਖਿਆ ਕਰਾਂਗੇ। ਬਾਕੀ ਦੇ ਬੰਦਾਂ ਦੀ ਵਿਆਖਿਆ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ ਜੀ। ਭੁੱਲ ਗਲਤੀ ਦੀ ਖਿਮਾ, ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।